परम सत्कारयोग सतगुरां दी साजी निभाजी गुरु रो प्यारे गुरु सवारे साध संगत जी। परमेश्वर ने रहमतां बख्शिश कीतियां हन। अमृत वेले दा जागरता बख्शिया है। उद्दम उपराला करके सतगुरां दी गुरबाणी नूं पढ़ना सुनना कीता है। सतगुरां दे पास आपो अपना प्यार सत्कार लैके बैठे हाँ। गुरु साहिब जी महाराज कहते हैं कि जन्म अमोलक मिले है, जिस दा समाज दे विच कोई मुल नहीं पा सकदा। अमोलक जन्म दियां घड़ियां भी बड़ियां अमोलक ने। अमोलक इस वास्ते है कि देवते भी इस मनुखा देही नूं तरसदे ने। कि सानू एक बार मनुखा देही दी प्राप्ति हो जावे। गुरु साहिब जी महाराज कहते जन्म बिरथा ना गवाई, गुण गोबिंद गायो नहीं जन्म अकारत कीन। कहो नानक हर भज मना, जेह बिद जल कौ मीन। गुण गोबिंद गायो नहीं, जे तू परमेश्वर दे गुण ना गाए बिरथा, ये तेरा बिरथा जन्म चलिया जाना है। गुण गोबिंद गायो नहीं जन्म अकार थकीन। तुसी परमेश्वर दे गुण गायो वरना तुहाडा जन्म जिहड़ा है ये व्यर्थ चलिया जाना है। इस पंक्ति दे विच देली दीपक शब्द बनता है। विश्राम ग्रंथी सिंह लाउंदे ने गुण गोविंद गायो नहीं जन्मा कारथ कीन। ये भी सही है। अर्थ बोध करदियां गुण गोविंद गायो नहीं जन्मा कारथ कीन, ये भी सही है। ये ते व्यर्थ चलिया जाएगा। जे जन्म व्यर्थ चलिया गया तो दोबारा इसकी प्राप्ति नहीं होनी। परमेश्वर ने एक तैनू ये बड़ी कीमती मणि दिती है, बड़ा कीमती जन्म दिता है। हुण मर्जी मनुख ते खड़ी है भी जिहड़ी ये मणि है इहदा मनुख अक्सर करना की चाहुंदा है। मणि जिहड़े सप हुंदे ने, सप्पां दीयां 4 लाख किस्मां संसार दे विच पाईयां जांदियां ने। बड़ी तरह के सप संसार दे विच हुंदे ने। इन्हां दे विच कुछ क सप इहो जिहे हुंदे ने जिन्हां दे कोल एक मणि हुंदी है। जिहड़ा फणीअर नाग है
ਇਹ ਫਣੀਅਰ ਨਾਗ ਜਦੋਂ ਮਣੀ ਨੂੰ ਬਾਹਰ ਕੱਢਦਾ ਨਾ ਆਪਣੇ ਸਰੀਰ ਦੇ ਵਿੱਚੋਂ, ਇਹ ਉਹਨੂੰ ਬਾਹਰ ਕੱਢ ਕੇ ਰੱਖ ਕੇ ਉਹ ਮਣੀ ਦੀ ਚਮਕ ਦਮਕ ਦੇਖਦਾ ਦੇਖਦਾ ਉਹਦੇ ਚਾਰ ਚਫੇਰੇ ਗੇੜੇ ਲਾਉਂਦਾ ਰਹਿੰਦਾ ਹੈ, ਬੜਾ ਭੱਜਦਾ ਰਹਿੰਦਾ ਹੈ, ਦੌੜਦਾ ਰਹਿੰਦਾ ਹੈ ਕਿ ਮੇਰੇ ਕੋਲ ਮਣੀ ਹੈ, ਇਹਦੀ ਇੰਨੀ ਚਮਕ ਦਮਕ ਹੈ। ਜਦੋਂ ਮਣੀ ਦੇ ਚਾਰ ਚਫੇਰੇ ਚੱਕਰ ਲਾਉਂਦਾ ਰਹਿੰਦਾ ਨਾ ਨੇੜੇ ਤੇੜੇ, ਇਹਦੇ ਸਰੀਰ ਦਾ ਆਕਾਰ ਵੱਡਾ ਹੁੰਦਾ ਹੈ, ਰੇਤਾ ਉੱਠ ਉੱਠ ਕੇ ਮਣੀ 'ਤੇ ਪੈਂਦਾ ਰਹਿੰਦਾ ਹੈ। ਅਕਸਰ ਇਸ ਸੱਪ ਤੋਂ ਇੱਕ ਨਾ ਇੱਕ ਦਿਨ ਮਣੀ ਜਿਹੜੀ ਹੈ ਉਹ ਗਵਾਚ ਜਾਂਦੀ ਹੈ, ਮਿੱਟੀ ਵਿੱਚ ਦੱਬੀ ਜਾਂਦੀ ਹੈ। ਜਦੋਂ ਮਣੀ ਦਿਸਣੋਂ ਹਟ ਜੇ, ਫਿਰ ਇਹ ਨਾਗ ਵਿਚਾਰਾ ਟਿਕ ਜਾਂਦਾ ਹੈ, ਫਿਰ ਟਿਕ ਜਾਂਦਾ ਹੈ। ਜਦੋਂ ਟਿਕ ਜਾਂਦਾ ਨਾ, ਫਿਰ ਇਹ ਉਸ ਮਣੀ ਨੂੰ ਲੱਭਣ ਦੇ ਯਤਨ ਕਰਦਾ ਹੈ ਕਿ ਕਿਵੇਂ ਨਾ ਕਿਵੇਂ ਮੈਂ ਉਸ ਮਣੀ ਨੂੰ ਦੁਬਾਰੇ ਲੱਭ ਲਵਾਂ। ਪਰ ਇਸ ਫਣੀਅਰ ਨਾਗ ਨੂੰ ਇਹ ਮਣੀ ਦੁਬਾਰੇ ਕਦੇ ਲੱਭਦੀ ਨਹੀਂ ਹੈ, ਇੱਕ ਵਾਰੀ ਮਿੱਟੀ ਦੇ ਵਿੱਚ ਰਲੀ ਨਹੀਂ ਲੱਭੀ। ਕਿਉਂਕਿ ਜੇ ਇਹਨੂੰ ਸੋਝੀ ਹੁੰਦੀ ਕਿ ਇਹਨੇ ਮਿੱਟੀ ਦੇ ਵਿੱਚ ਦੱਬ ਜਾਣਾ ਹੈ, ਤੇ ਦੱਬਦਾ ਹੀ ਕਿਉਂ ਮਿੱਟੀ ਦੇ ਵਿੱਚ। ਫਣੀਅਰ ਨਾਗ ਆਪਣੀ ਮਣੀ ਨੂੰ ਦੇਖ ਦੇਖ ਕੇ ਖੁਸ਼ ਹੁੰਦਾ ਹੈ, ਬਾਗੋ ਬਾਗ ਹੁੰਦਾ ਹੈ, ਬੜੀ ਭੱਜ ਦੌੜ ਕਰਦਾ ਹੈ। ਅਕਸਰ ਇੱਕ ਨਾ ਇੱਕ ਦਿਨ ਆਪੇ ਮਣੀ ਨੂੰ ਗਵਾ ਲੈਂਦਾ ਹੈ। ਬੰਦਿਆਂ ਦੀਆਂ ਜ਼ਿੰਦਗੀਆਂ ਬਹੁਤੀਆਂ ਹੈਗੀਆਂ ਨੇ, ਪਰਮੇਸ਼ਰ ਦੇ ਘਰ ਦੇ ਵਿੱਚੋਂ ਇਹ ਮਣੀ ਮਿਲੀ ਹੈ, ਬੜੀ ਕੀਮਤੀ ਹੈ, ਬੜਾ ਕੀਮਤੀ ਜਨਮ ਹੈ, ਜਿਸ ਦੀ ਕੋਈ ਕੀਮਤ ਨਹੀਂ ਹੈ। ਫਿਰ ਇਹ ਬੰਦਾ ਇਸ ਜਨਮ ਨੂੰ ਬੜਾ ਗਹਿਰਾ ਲੈਂਦਾ ਹੈ ਤੇ ਬੜੀ ਭੱਜ ਦੌੜ ਕਰਦਾ ਰਹਿੰਦਾ ਹੈ, ਬੜੀ ਭੱਜ ਦੌੜ ਕਰਦਾ ਹੈ। ਸੁੰਦਰ ਸੋਹਣਾ ਸਰੀਰ ਪਰਮਾਤਮਾ ਨੇ ਬਖਸ਼ਿਆ ਹੈ, ਸੁਚੱਜੇ ਢੰਗ ਦੇ ਬੜੇ ਵਸਤਰ ਪਾਉਂਦਾ ਹੈ, ਬੜਾ ਕੁਛ ਕਰਦਾ ਹੈ, ਬੜੀ ਭੱਜ ਦੌੜ ਕਰਦਾ ਹੈ। ਜਦੋਂ ਇਹ ਭੱਜੇ ਹੀ ਫਿਰਦਾ ਰਹਿੰਦਾ ਹੈ, ਇੱਕ ਨਾ ਇੱਕ ਦਿਨ ਇਸ ਮਨੁੱਖ ਦੇ ਜਿਹੜੇ ਜਨਮ ਦੀ ਅਸਲੀ ਮਣੀ ਹੈ, ਉਹ ਮਣੀ ਇਹ ਗਵਾ ਬੈਂਦਾ ਹੈ, ਉਹ ਮਣੀ ਗਵਾ ਲੈਂਦਾ ਹੈ। ਜਦੋਂ ਮਣੀ ਗਵਾ ਲੈਂਦਾ ਹੈ ਤੇ ਫਿਰ ਇਹਨੂੰ ਚਾਨਣਾ ਜਿਹੜਾ ਹੈ ਉਹ ਦਿਸਣਾ ਬੰਦ ਹੋ ਜਾਂਦਾ ਹੈ, ਕਿਉਂਕਿ ਮਣੀ ਦੇ ਵਿੱਚ ਜਿਹੜੀ ਸੱਪ ਦੇ ਮੁੱਖ ਦੇ ਵਿੱਚੋਂ ਸੱਪ ਕੱਢਦਾ ਨਾ ਮਣੀ, ਉਹਦੇ ਵਿੱਚ ਚਾਨਣਾ ਬੜਾ ਹੁੰਦਾ ਹੈ ਤੇ ਮਿਠਾਸ ਭਰਿਆ ਚਾਨਣਾ ਹੁੰਦਾ। ਸਰਪ ਹਮੇਸ਼ਾ ਮਣੀ ਤੋਂ ਦੂਰ ਨਹੀਂ ਜਾਂਦਾ, ਚਾਨਣਾ ਬੜਾ। ਮਨੁੱਖ ਨੂੰ ਮਣੀ ਮਿਲੀ ਹੈ, ਇਹ ਜਨਮ ਮਿਲਿਆ ਹੈ, ਬੜੀ ਚਮਕ ਦਮਕ ਵਾਲਾ ਜਨਮ ਮਿਲਿਆ, ਪਰਮਾਤਮਾ ਨੇ ਦਿੱਤਾ ਹੈ, ਬੜੀ ਭੱਜ ਦੌੜ ਕਰਦਾ ਹੈ। ਪਰ ਇੱਕ ਨਾ ਇੱਕ ਦਿਨ ਇਸਦੀ ਭੱਜ ਦੌੜ ਦੇ ਵਿੱਚ ਇੰਨੀ ਮਿੱਟੀ ਉੱਠ ਖੜ੍ਹਦੀ ਹੈ, ਇੰਨੀ ਮਿੱਟੀ ਉੱਠ ਖੜ੍ਹਦੀ ਹੈ ਕਿ ਉਹ ਮਿੱਟੀ ਮਣੀ 'ਤੇ ਪੈ ਜਾਂਦੀ ਹੈ। ਅਤੇ ਜਦੋਂ ਮਿੱਟੀ ਮਣੀ 'ਤੇ ਪੈ ਜਾਂਦੀ ਹੈ, ਫਿਰ ਕੇਵਲ ਇਕੱਲੀ ਮਿੱਟੀ ਰਹਿ ਜਾਂਦੀ ਹੈ, ਮਣੀ ਉਸ ਵਿੱਚ ਦੱਬ ਕੇ ਰਹਿ ਜਾਂਦੀ ਹੈ। ਮਨੁੱਖ ਦਾ ਜਿਹੜਾ ਅਸਲੀ ਮੇਨ ਮਨੋਰਥ ਸੀ ਸੰਸਾਰ ਦੇ ਵਿੱਚ ਆਉਣ ਦਾ, ਉਹਨੂੰ ਇਹ ਬਿਲਕੁਲ ਗਵਾ ਬੈਂਦਾ ਹੈ। ਜਦ ਉਹੀ ਗਵਾਚ ਗਿਆ, ਸਾਰੀ ਜ਼ਿੰਦਗੀ ਮਿੱਟੀ ਦੇ ਨਾਲ ਮੱਥਾ ਮਾਰਦਾ ਰਹਿੰਦਾ ਹੈ। ਦੇਹੀ ਕੀ ਹੈ? ਮਿੱਟੀ ਦੀ ਢੇਰੀ ਹੈ, ਕੁਛ ਵੀ ਨਹੀਂ ਹੈ। ਸਾਰੀ ਜ਼ਿੰਦਗੀ ਮਿੱਟੀ ਦੇ ਨਾਲ ਮੱਥਾ ਮਾਰਦਾ ਰਹਿੰਦਾ ਹੈ, ਫਿਰ ਇਹ ਮਿੱਟੀ ਲੋਟ ਨਹੀਂ ਆਉਂਦੀ। ਕਦੇ ਕੋਈ ਰੋਗ ਲੱਗ ਗਿਆ, ਕਦੇ ਕੋਈ ਸੋਗ ਲੱਗ ਗਿਆ।
कदे किधर नूं भजदी है मिट्टी, कदे किधर नूं भजदी है। ਇਹ मिट्टी भी लोट नहीं आउंदी फिर तो जदों इहदे कोल मनी गमाच जाती है। जो इहदे जीवन का मेन मनोरथ जो कर्म करन वास्ते आया सी गवा लैंदा है। फिर अक्सर वो सप जिहड़ा है फनीअर सप जिन्हों कहते ने, ये मनी तो वांझा हो जाता है। किहदे जोगरा रह जाता, कल्ली मिट्टी जोगरा। बंदा अपने परम जीवन नूं गवा के किहदे जोगरा रह जाता है, कल्ली देही जोगरा रह जाता, मिट्टी जोगरा। दो डंग दे भोजन तक मकसद रह जाता है। फिर उस भोजन नूं भी तरसदा रहिंदा है। वस्त्र भी बहुते चंगे नहीं मिलते, भोजन भी दोने टाइम का नहीं सही सलामत मिल रहा, तरसदा रहिंदा। केवल फिर ये मिट्टी जोगरा रह जाता है जिन्हें अपना परम जीवन गवा लिया। ये जन्म इस करके मिले है कि इस जन्म दे विचों परम जीवन की प्राप्ति करनी है। वो मनुख ने उद्यम उपराला करके करनी है। फनीअर नाग सारी जिंदगी मिट्टी जोगरा रह जाता है। ਜਿਹੜੇ मनुख अपने जीवन के अंदर अपनी असली मनी गवा रहिंदे ने, केवल कल्ली देही जोगरे रह जाते हैं। फिर देही दे विच वध तो वध पदार्थ पाउंदे ने, देही दे उत्ते चंगे चंगे कपड़े पाउंदे ने। इस देही नूं कदे गड्डियां दे विच चढ़ाउंदे ने, कदे जहाज़ां दे विच चढ़ाउंदे ने। देही जोगरे रह गए, परम जीवन की प्राप्ति नहीं हुई, मनी गवा ली। दूसरे जिहड़े सप हुंदे ने, वो सप जदों मनी नूं अपने शरीर विचों कढ़दे ने ना, वो मनी नूं एक जगह ते रख लैंदे ने ते वो मनी दी चमक दमक ज़्यादा हुंदी है। ते रात नूं वो मनी है जिहड़ी रात नूं चमकदी ज़्यादा है। मनी रख के उहदे सप कोले बैठ जाता है। उहदी मनी दी सप चमक दमक देख के कीड़े मकौड़े पतंगे जंगलों के विच ये छोटे छोटे जानवर सारे मनी दे कोल भज भज के आउंदे ने चानने ते, जिवें पतंगा दीवे ते भज के आउंदा है। कीड़े मकौड़े जिहड़े आउंदे ने ये चानने ते ज़्यादा आउंदे ने। जिहड़े चानने ते आउण वाले जानवर ने वो विचारे चानने दे कोल भज भज के आउंदे ने ते मनी दे कोल बैठा सप बड़े आसान तरीके दे नाल उन्हां पतंगियां नूं खा के गुजारा करता रहिंदा। एक ने तां मनी गवाती मिट्टी दे विच ते दूसरे ने मनी नूं वरत लिया सिर्फ अपने खाण पीण तक, खाने तक। उन्हें अपना केवल ते केवल रोजगार बना लिया कि मनी नूं सामने रखो, इते पतंगे आउणगे, मैं इन्हां दे कोल बैठा ते उन्हां नूं खा खा के मैं गुजारा कर लवांगा, अपना पेट भरदा रहांगा। इन्हें मनी नूं वरत लिया केवल अपना पेट भरन वास्ते, कदर मनी तो इसदी भी नहीं पई, नहीं पई। इन्हें सारी दी सारी जिंदगी मनुख मनी नूं कढ़ के पासे रखदा है। बड़ा कीमती इसदा जन्म, पर ये बंदे ने सारे दा सारा जन्म केवल कल्ले खाण पीण दे विच ही लंघा दिता है। मनी कोल है ते मनी दे कोल हुंदियां होइयां ये मनुख ਉਹਨੂੰ ਵਰਤ ਰਿਹਾ ਹੈ ਖਾਣ ਪੀਣ ਤੱਕ ਹੀ ਸਹਿਮਤ ਰਹਿ ਗਿਆ। ਐਡਾ ਅਮੋਲਕ ਜਨਮ ਤੇ ਉਸ ਦਾ ਵਰਤ ਵਰਤਾਵਾ ਕਿੱਥੇ ਕੀਤਾ, ਕੇਵਲ ਕੱਲਾ ਖਾਣ ਪੀਣ ਵਾਸਤੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, खसम विसार खुआरी कीनी
ਧ੍ਰਿਗ ਜੀਵਨ ਨਹੀਂ ਰਹਿਣਾ। ਇਹ ਖਾਣਾ ਪੀਣਾ, ਹੱਸਣਾ, ਸੌਣਾ, ਇਹ ਸਾਰੀਆਂ ਚੀਜ਼ਾਂ ਨੂੰ ਤੂੰ ਬੜਾ ਗਹਿਰਾ ਲੈਤਾ ਹੋਇਆ ਹੈ। ਵਿਸਰ ਗਿਆ ਹੈ ਮਰਨਾ। ਇੱਕੋ ਹੀ ਚੀਜ਼ ਤੋਂ ਵਿਸਾਰੀ ਹੋਈ ਹੈ ਮਰਨੇ ਨੂੰ। ਚੇਤੇ ਰੱਖੀ ਖਸਮ ਵਿਸਾਰ ਖੁਆਰੀ ਕੀਨੀ, ਧ੍ਰਿਗ ਜੀਵਨ ਨਹੀਂ ਰਹਿਣਾ। ਜੇ ਤੂੰ ਇਹ ਸੋਚਦਾ ਹੋਵੇ ਨਾ ਕਿ ਮੈਂ ਪਰਮੇਸ਼ਰ ਨੂੰ ਵਿਸਾਰ ਕੇ ਸ਼ਾਇਦ ਮੈਂ ਵੱਧ ਜ਼ਿੰਦਗੀ ਜਿਊਂਗਾ, ਮੱਤ ਚੱਕਰ ਦੇ ਵਿੱਚ ਰਹੀ, ਇਹ ਜੀਵਨ ਤੇਰਾ ਅਸਥਿਰ ਨਹੀਂ ਰਹਿਣਾ, ਇਹਨੇ ਖਤਮ ਹੋਣਾ ਹੀ ਹੋਣਾ ਹੈ। ਖਸਮ ਵਿਸਾਰ ਖੁਆਰੀ ਕੀਨੀ, ਧ੍ਰਿਗ ਜੀਵਨ ਨਹੀਂ ਰਹਿਣਾ। ਸਦਾ ਵਾਸਤੇ ਤੇਰਾ ਜੀਵਨ ਨਹੀਂ ਰਹਿਣਾ। ਮੌਤ ਨੂੰ ਚੇਤੇ ਰੱਖ। ਕੇਵਲ ਇਕੱਲੇ ਖਾਣ ਪੀਣ ਤੱਕ ਸਹਿਮਤ ਨਾ। ਬਹੁਤ ਸਾਰੀਆਂ ਜ਼ਿੰਦਗੀਆਂ, ਤਕਰੀਬਨ ਕਹਿ ਸਕਦੇ ਹਾਂ ਕਿ 90% ਦੀ ਜ਼ਿੰਦਗੀਆਂ ਕੇਵਲ ਖਾਣ ਪੀਣ ਤੱਕ ਸਹਿਮਤ ਨੇ। ਪਦਾਰਥ ਬੜੇ ਨੇ, ਕਿਉਂਕਿ ਇਸੇ ਦਿਨੋਂ ਦਿਨ ਪਦਾਰਥ ਵੱਧਦੇ ਤੁਰੇ ਜਾ ਰਹੇ ਨੇ। ਇਸ ਕਰਕੇ ਇਸ ਯੁੱਗ ਨੂੰ ਨਾਮ ਦਿੱਤਾ ਗਿਆ ਪਦਾਰਥਵਾਦੀ ਯੁੱਗ। ਨਵੇਂ ਤੋਂ ਨਵੇਂ ਪਦਾਰਥ ਇਸ ਯੁੱਗ ਦੇ ਵਿੱਚ ਪੈਦਾ ਹੁੰਦੇ ਨੇ। ਇਹਨੂੰ ਇਸੇ ਕਰਕੇ ਪਦਾਰਥਵਾਦੀ ਯੁੱਗ ਕਹਿੰਦੇ ਨੇ। ਪਦਾਰਥਵਾਦੀ ਯੁੱਗ ਦੇ ਵਿੱਚ ਕੇਵਲ ਤੇ ਕੇਵਲ ਮਨੁੱਖ ਖਾਣ ਪੀਣ ਤੱਕ ਸਹਿਮਤ ਰਹਿ ਗਿਆ। ਬੜੀਆਂ ਜ਼ਿੰਦਗੀਆਂ, ਬੜਾ ਖਾਂਦੇ ਨੇ, ਬੜਾ ਪੀਂਦੇ ਨੇ। ਬਹੁਤ ਸਾਰੀਆਂ ਜ਼ਿੰਦਗੀਆਂ, ਇਹਨਾਂ ਜ਼ਿੰਦਗੀਆਂ ਦਾ ਤਕਰੀਬਨ ਕੁਆਂਟਲ ਤੋਂ ਵੀ ਭਾਰ ਵੱਧ ਹੋਇਆ ਪਿਆ। ਖਾਈ ਜਾਂਦੇ ਨੇ ਬੈਠੇ, ਪੀ ਜਾਂਦੇ ਨੇ ਬੈਠੇ, ਖਾਣਾ ਪੀਣਾ ਹੀ ਰਹਿ ਗਿਆ ਕੇਵਲ। ਇਹ ਸਾਡੇ ਤੇ ਗੁਰਦੁਆਰਿਆਂ ਦੇ ਵਿੱਚ ਹਾਲਾਤ ਹੀ ਇਹ ਨੇ। ਗੁਰਦੁਆਰਿਆਂ ਦੇ ਵਿੱਚ ਪਦਾਰਥ ਆਉਂਦੇ ਨੇ ਜ਼ਿਆਦਾ ਖਾਣ ਪੀਣ ਵਾਲੇ, ਮਾਫ ਕਰਨਾ, ਪਦਾਰਥ ਆਉਂਦੇ ਨੇ ਜ਼ਿਆਦਾ ਖਾਣ ਪੀਣ ਵਾਲੇ, ਸੰਗਤਾਂ ਦਿੰਦੀਆਂ ਨੇ। ਇਹ ਬਾਬੇ ਬੈਠੇ ਖਾਈ ਜਾਂਦੇ ਨੇ। ਫਿਰ ਇਹਨਾਂ ਦੀ 50 ਸਾਲ ਤੋਂ ਉਮਰ ਲੰਘਦਿਆਂ ਵੱਡੇ ਵੱਡੇ ਢਿੱਡ ਹੋ ਜਾਂਦੇ ਨੇ ਤਾਂ ਤੁਰਿਆ ਨਹੀਂ ਜਾਂਦਾ ਇਹਨਾਂ ਨੂੰ। ਖਾਈ ਜਾਂਦੇ ਨੇ ਬੈਠੇ। ਜਿਨ੍ਹਾਂ ਦੇ ਕੋਲ ਧਨ ਚੰਗਾ ਚੋਖਾ ਹੈ, ਉਹ ਵੀ ਬੈਠੇ ਬਿਲਕੁਲ ਆਰਾਮ ਦੇ ਨਾਲ ਖਾਂਦੇ ਨੇ। ਸਰੀਰ ਨੂੰ ਬਿਲਕੁਲ ਵੀ ਉਹ ਦੁੱਖ ਨਹੀਂ ਦੇਣਾ ਚਾਹੁੰਦੇ। ਸਰੀਰ ਨੂੰ ਕਦੇ ਬਹੁਤਾ ਦੁੱਖ ਨਹੀਂ ਦਿੰਦੇ। ਤੋ ਜੇ ਸਰੀਰ ਨੂੰ ਕੋਈ ਇਹਦਾ ਵਰਤਾਵਾ ਨਹੀਂ ਨਾ ਕਰ ਰਿਹਾ ਸੁਚੱਜੇ ਢੰਗ ਦੇ ਨਾਲ, ਇਸੇ ਹੀ ਕਾਰਨ ਕਰਕੇ ਇੱਕ ਸਰੀਰ ਨੂੰ 10-10 ਬਿਮਾਰੀਆਂ ਚੰਬੜੀਆਂ ਹੋਈਆਂ ਨੇ। ਕਈ ਸਰੀਰਾਂ ਤੋਂ ਤੇ ਡਾਕਟਰ ਵੀ ਹੱਥ ਖੜੇ ਕਰ ਦਿੰਦੇ ਨੇ। ਜੇ ਇੱਕ ਬਿਮਾਰੀ ਠੀਕ ਕੀਤੀ ਤੇ ਸਾਈਡ ਇਫੈਕਟ ਹੋ ਜਾਏਗਾ, ਦੂਜੀ ਬਿਮਾਰੀ ਸ਼ੁਰੂ ਹੋ ਜਾਊਗੀ। ਬਿਹਤਰ ਇਹੀ ਹੈ ਇਸੇ ਬਿਮਾਰੀ ਨੂੰ ਚੱਲਣ ਦਿਓ। ਸਰੀਰ ਦੇ ਸਹੀ ਢੰਗ ਦੇ ਨਾਲ ਵਰਤਾ ਇਹਦੀ ਸਾਂਭ ਸੰਭਾਲ ਕੀਤੀ ਗਈ ਹੈ ਜੀ, ਬੜੇ ਸੁਚੱਜੇ ਢੰਗ ਦੇ ਨਾਲ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਐਲਾਨੀਆਂ ਕਹਿੰਦੇ ਨੇ। ਕੀ ਕਰੇਗਾ ਇਸ ਦੀ ਸਾਂਭ ਸੰਭਾਲ ਕਰਕੇ? ਜਿੰਨੇ ਮਰਜ਼ੀ ਦੇਹੀ ਮੱਖਣਾ ਨਾਲ ਪਾਲੇ, ਇਹ ਸੋ ਤਨ ਜਲੈ ਕਾਠ ਕੈ ਸੰਗੈ, ਇਹਨੂੰ ਤੇ ਇੱਕ ਨਾ ਇੱਕ ਦਿਨ ਲੱਕੜਾਂ ਦੇ ਸੰਗ ਜਾਲ ਦੇਣਾ ਹੈ। ਜੇ ਇਸ ਦਾ ਵਰਤਾਵਾ ਪੂਰਨ ਰੂਪ ਦੇ ਵਿੱਚ ਕਰੇਗਾ, ਫਿਰ ਇਹ ਦੇਹੀ ਰੋਗਾਂ ਤੋਂ ਮੁਕਤ ਹੋ ਜੂਗੀ। ਵਰਨਾ ਜੇ ਬਹੁਤੇ ਪਦਾਰਥ ਖਾਂਦਾ ਰਿਹਾ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ ਮਨ ਮੈਂ ਚਲੇ ਵਿਕਾਰ। ਰੋਗ ਲੱਗਣਗੇ, ਮਨ ਦੇ ਵਿੱਚ ਵਿਕਾਰ ਵਿਸ਼ੇ ਵਿਕਾਰ ਚੱਲਣਗੇ ਖਾਣ ਪੀਣ ਦੇ ਨਾਲ। ਹੋਰ ਕੀ ਹੈ? ਬੰਦਾ ਤੇ ਇਸ ਗੱਲ ਨੂੰ ਬੜੀ ਤਰਹੀਜ ਦਿੰਦਾ ਹੈ ਕਿ ਮੈਂ ਤੇ ਬੜੇ ਤਰ੍ਹਾਂ ਦੇ ਪਦਾਰਥ ਛਕਦਾ, ਚੰਗੇ ਚੰਗੇ ਪਦਾਰਥ ਛਕਦਾ। ਕਦੇ ਬਾਬੇ ਨਾਨਕ ਦੇ ਨਾਲ ਬੈਠ ਕੇ ਗੱਲਾਂ ਕਰਕੇ ਦੇਖਿਓ, ਐ ਗੁਰੂ ਨਾਨਕ ਕਿਰਪਾ ਕਰਕੇ ਦੱਸਿਓ ਕਿ ਜਿਹੜੇ ਮੈਂ ਚੰਗੇ ਚਰੇ ਤਰ੍ਹਾਂ ਦੇ ਪਦਾਰਥ ਇਸ ਦੇਹੀ ਦੇ ਵਿੱਚ ਪਾ ਰਿਹਾ, ਕੀ ਇਹ ਮੇਰੇ ਦੇਹੀ ਵਾਸਤੇ ਤੇ ਮਨ ਵਾਸਤੇ ਚੰਗੇ ਨੇ ਕਿ ਬੁਰੇ ਨੇ? ਬੁਰੇ ਨੇ। ਐਸਾ ਖਾਣਾ ਖਾਣ ਦੇ ਨਾਲ ਸਰੀਰ ਨੂੰ ਰੋਗ ਲੱਗ ਸਕਦੇ ਨੇ ਤੇ ਮਨ ਵਿੱਚ ਵਿਸ਼ੇ ਵਿਕਾਰ ਚੱਲਣਗੇ। ਇਹ ਫੈਸਲਾ ਗੁਰਬਾਣੀ ਦਾ ਹੈ।
ਜਿਹੜੇ ਕੋਈ ਜ਼ਿਆਦਾ ਪਦਾਰਥ ਛਕਦੇ ਨੇ ਤੇ ਜ਼ਿਆਦਾ ਪਦਾਰਥ ਇਸ ਦੇਹੀ ਦੇ ਵਿੱਚ ਪਾਉਂਦੇ ਨੇ, ਲਗਾਤਾਰ ਪਾਉਂਦੇ ਰਹਿੰਦੇ ਨੇ, ਵੱਡੇ ਵੱਡੇ ਦੇਹੀ ਬਣ ਜਾਂਦੀ ਹੈ, ਉਹ ਦੇਹੀ ਨੂੰ ਰੋਗ ਲੱਗ ਜਾਂਦੇ ਨੇ। ਇਸ ਮਨੁੱਖ ਨੇ ਕੇਵਲ ਤੇ ਕੇਵਲ ਇਸ ਮਣੀ ਨੂੰ ਵਰਤਿਆ ਖਾਣੇ ਪੀਣੇ ਵਾਸਤੇ। ਜਿਵੇਂ ਦੂਜੇ ਸੱਪ ਨੇ ਵਰਤਿਆ ਕਿ ਉਹਨੇ ਮਣੀ ਨੂੰ ਰੱਖ ਲਿਆ, ਕੋਲੇ ਆਪ ਬੈਠ ਗਿਆ, ਕੀੜੇ ਮਕੌੜੇ ਆਏ ਤੇ ਉਹਨਾਂ ਨੂੰ ਖਾ ਖਾ ਕੇ ਗੁਜ਼ਾਰਾ ਕਰਦਾ ਰਿਹਾ। ਤੇ ਉਹਦੇ ਭਾਦੀ, ਸੱਪ ਦੇ ਭਾਦੀ ਤੇ ਮੈਂ ਬੜਾ ਸਿਆਣਾ। ਹੁਣ ਉਹ ਸੱਪ ਤੇ ਸਮਝਦਾ ਹੋਵੇਗਾ ਨਾ ਵੀ ਜਿਹਨੇ ਰੇਤੇ 'ਚ ਮਣੀ ਗਵਾ ਲਈ ਉਹਦੇ ਨਾਲ ਤਾਂ ਮੈਂ ਸਿਆਣਾ ਹੀ ਬੈਠਾ, ਮੈਂ ਮਣੀ ਦੀ ਵਰਤਾਓ ਕਰ ਰਿਹਾ, ਪਰ ਜ਼ਿਆਦਾ ਖਾਣ ਦੇ ਨਾਲ ਸਰੀਰ ਨੂੰ ਰੋਗ ਲੱਗਣਗੇ। ਬਹੁਤੇ ਮਨੁੱਖ ਸਮਝਦੇ ਨੇ ਕਿ ਸ਼ਾਇਦ ਅਸੀਂ ਜ਼ਿਆਦਾ ਸਿਆਣੇ ਆ, ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨਹੀਂ, ਬਹੁਤਾ ਪਦਾਰਥ ਖਾਣ ਪੀਣ ਦੇ ਨਾਲ ਕੋਈ ਜ਼ਿਆਦਾ ਸਿਆਣਾ ਨਹੀਂ ਹੋਣ ਲੱਗਿਆ। ਬਹੁਤੇ ਮਨੁੱਖਾਂ ਨੇ ਆਪਣੀ ਇਸ ਮਣੀ ਨੂੰ ਅਮੋਲਕ ਜਨਮ ਨੂੰ ਵਰਤਿਆ ਕੇਵਲ ਇਕੱਲੇ ਖਾਣ ਪੀਣ ਵਾਸਤੇ। ਤੀਜੇ ਸੱਪ ਉਹ ਨੇ ਜਿਹੜੇ ਸੱਪ ਇਸ ਮਣੀ ਨੂੰ ਮੱਸਿਆ ਦੀ ਰਾਤ ਨੂੰ ਕੱਢਦੇ ਨੇ। ਚੰਦਰਮਾ ਦਾ ਚਾਨਣਾ ਮਿਠਾਸ ਭਰਿਆ, ਇਹ ਕੱਢ ਕੇ ਮਣੀ ਨੂੰ ਰੱਖ ਦਿੰਦੇ ਨੇ, ਜਿਹਨੂੰ ਅਸੀਂ ਅਜਗਰ ਸੱਪ ਕਹਿੰਦੇ ਆ। ਆਪ ਜੀ ਨੇ ਸ਼ਾਇਦ ਦੇਖਿਆ ਹੋਵੇ, ਹੁਣ ਤੇ ਚਲੋ ਜੰਗਲ ਕਿਸੇ ਨਹੀਂ ਰਹੇ, ਜੰਗਲਾਂ ਦੇ ਵਿੱਚ ਇਹ ਸੱਪ ਹੁੰਦੇ ਸਨ। ਅਜਗਰ ਸੱਪ, ਉਹਨੂੰ ਅਜਗਰ, ਉਹ ਬਹੁਤ ਵੱਡੇ ਆਕਾਰ ਦਾ ਹੁੰਦਾ ਸੱਪ। ਅੱਜ ਨਾਮ ਬੱਕਰੀ, ਗਰ ਨਾਮ ਮਾਰਨਾ। ਜਿਹੜਾ ਜਿਉਂਦੀ ਬੱਕਰੀ ਨੂੰ ਫੜ ਕੇ ਬਿਨਾਂ ਚਬਾਇਆ ਹੀ ਆਪਣੇ ਪੇਟ ਦੇ ਅੰਦਰ ਲੰਘਾ ਜਾਂਦਾ ਸੀ, ਉਹਨੂੰ ਅਜਗਰ ਕਹਿੰਦੇ ਸੀ। ਐਡਾ ਵੱਡਾ ਉਹਦਾ ਮੁਖੜਾ ਕਿ ਬੱਕਰੀ ਨੂੰ ਪਕੜ ਕੇ ਬਿਨਾਂ ਚਬਾਇਆ ਅੰਦਰ ਲਗਾ ਜਾਂਦੇ ਸੀ, ਅਜਗਰ ਉਸ ਨੂੰ ਕਹਿੰਦੇ ਨੇ। ਤੀਜਾ ਸੱਪ ਹੈ, ਇਹਨੇ ਮਣੀ ਰਾਤ ਨੂੰ ਕੱਢੀ ਹੈ ਤੇ ਚੰਦਰਮਾ ਦੇ ਜਿੱਥੇ ਕਿਰਨਾਂ ਪੈਂਦੀਆਂ ਸੀ ਉੱਥੇ ਰੱਖ ਦਿੱਤੀ ਹੈ, ਉੱਥੇ ਰੱਖੀ ਹੈ। ਤੇ ਚੰਦਰਮਾ ਦੀਆਂ ਮਿਠਾਸ ਭਰੀਆਂ ਕਿਰਨਾਂ ਜਿਹੜੀਆਂ ਨੇ ਉਹ ਪੈਂਦੀਆਂ ਮਣੀ ਤੇ ਜਦੋਂ ਉਹ ਮਣੀ ਤੇ ਪੈਂਦੀਆਂ ਨੇ, ਉਹ ਕਿਰਨਾਂ ਦੇ ਵਿੱਚ ਇੰਨੀ ਮਿਠਾਸ ਭਰੀ ਹੁੰਦੀ ਹੈ, ਇੰਨੀ ਮਿਠਾਸ ਭਰੀ ਹੁੰਦੀ ਹੈ ਕਿ ਉਹ ਮਣੀ ਦੇ ਉੱਪਰ ਇੱਕ ਅੰਮ੍ਰਿਤ ਦੀ ਬੂੰਦ ਤਿਆਰ ਹੋ ਜਾਂਦੀ ਹੈ। ਮਣੀ ਦੇ ਉੱਪਰ ਕਿਰਨਾਂ ਦੀਆਂ ਮਿਠਾਸ, ਕਿਉਂਕਿ ਆਪ ਜੀ ਨੇ ਇਤਿਹਾਸ ਦੀ ਕਦੇ ਫਰੋਖਤ ਕੀਤੀ ਹੋਵੇ, ਜਿੰਨੀਆਂ ਮਿਠਾਸ ਭਰੀਆਂ ਚੀਜ਼ਾਂ ਅਸੀਂ ਖਾਂਦੇ ਹਾਂ, ਤਾਕਤ ਵਾਲੀਆਂ, ਇੰਜ ਵੀ ਕਹਿ ਸਕਦੇ ਹਾਂ ਤਾਕਤ ਵਾਲੀਆਂ ਮਿਠਾਸ, ਸੇਬ ਹੈ, ਕੇਲਾ ਹੈ, ਸੰਤਰਾ ਹੈ, ਤਾਕਤ ਵਾਲੀਆਂ ਚੀਜ਼ਾਂ ਕਣਕ ਨੇ, ਚਾਵਲ ਨੇ, ਇਤਿਆਦਿਕ, ਜਿਸ ਤਰ੍ਹਾਂ ਅਸੀਂ ਫਸਲਾਂ ਬੀਜਦੇ ਹਾਂ, ਇਹ ਸਾਰੀ ਦੀਆਂ ਸਾਰੀਆਂ ਚੀਜ਼ਾਂ ਬੀਜੀਆਂ ਜਾਂਦੀਆਂ ਨੇ। ਇਹਨਾਂ ਵਿੱਚ ਮਿਠਾਸ ਤੇ ਇਹਨਾਂ ਵਿੱਚ ਤਾਕਤ ਕਿੱਥੋਂ ਆ ਜਾਂਦੀ ਹੈ? ਮਿਠਾਸ ਕਿੱਥੋਂ ਆ ਜਾਂਦੀ ਹੈ? ਸੇਬ ਦੇ ਵਿੱਚ। ਤਾਕਤ ਕਿੱਥੋਂ ਆਉਂਦੀ ਹੈ? ਕਣਕ ਦੇ ਵਿੱਚ। ਇਹ ਅਕਾਲ ਪੁਰਖ ਮਹਾਰਾਜ ਦੀ ਰਹਿਮਤ, ਕੁਦਰਤੀ ਨਿਯਮਾਂ ਦੇ ਵਿੱਚ ਇਹ ਚੰਦਰਮਾ ਨੂੰ ਇੰਨੀ ਮਿਠਾਸ ਦਿੱਤੀ ਹੋਈ ਹੈ ਕਿ ਬੜੀ ਤਰ੍ਹਾਂ ਦੀਆਂ ਐਸੀਆਂ ਵਸਤੂਆਂ ਨੇ ਜਿਨ੍ਹਾਂ ਦੇ ਵਿੱਚ ਚੰਦਰਮਾ ਦੀ ਰੌਸ਼ਨੀ ਦੇ ਨਾਲ ਮਿਠਾਸ ਭਰਦੀ ਹੈ।
ਮਿਥਿਹਾਸ ਦੀ ਗੱਲ ਮੈਂ ਇੱਕ ਆਪ ਜੀਆਂ ਦੇ ਸਾਹਮਣੇ ਰੱਖਾਂ। ਸੂਰਜ ਤੇ ਚੰਦਰਮਾ ਇੱਕੋ ਮਾਂ ਦੇ ਦੋਨੇ ਬੇਟੇ ਨੇ। ਪੁਰਾਣੇ ਜ਼ਮਾਨਿਆਂ ਦਾ ਰਿਵਾਜ, ਮਾਮਾ ਮੰਜਾ ਖੜਾ ਕਰਕੇ ਉਹਦੇ ਉੱਪਰ ਕੱਪੜਾ ਪਾ ਕੇ ਤੇ ਇਸ਼ਨਾਨ ਕਰਦੀਆਂ ਹੁੰਦੀਆਂ ਸੀ ਪੁਰਾਣੇ ਜ਼ਮਾਨਿਆਂ 'ਚ। ਇਹਨਾਂ ਦੀ ਮਾਂ ਵੀ ਇਸ਼ਨਾਨ ਕਰਦੀ ਸੀ। ਚੰਦਰਮਾ ਨੂੰ ਰੋਕਿਆ, ਪੁੱਤਰਾ ਤੂੰ ਇੱਥੇ ਖੜ ਜਾ। ਇੱਕ ਜਾਣੇ ਨੂੰ ਖੜਾ ਦਿੰਦੇ ਹੁੰਦੇ ਸਨ, ਪਰਿਵਾਰਕ ਮੈਂਬਰ ਨੂੰ, ਤਾਂ ਕਿ ਆਉਣ ਵਾਲੇ ਨੂੰ ਦੱਸ ਦੇਵੇ ਕਿ ਅੰਦਰ ਇਸ਼ਨਾਨ ਕੋਈ ਕਰ ਰਿਹਾ। ਸੂਰਜ ਆਇਆ ਬਾਹਰੋਂ, ਚੰਦਰਮਾ ਨੇ ਰੋਕਿਆ, ਭਰਾਤਾ ਅੱਗੇ ਮਾਂ ਇਸ਼ਨਾਨ ਕਰਦੀ ਹੈ, ਅੱਗੇ ਨਾ ਜਾ। ਸੂਰਜ ਕਹਿਣ ਲੱਗਿਆ, ਉਹ ਬਾਹਰੋਂ ਅੱਗ ਦਾ ਤਪਾਇਆ ਆਇਆ ਸੀ। ਚੰਦਰਮਾ ਦੇ ਨਾਲ ਕੜਤਨ ਭਰੇ ਬੋਲ ਬੋਲੇ, ਚੰਦਰਮਾ ਨੂੰ ਧੱਕੇ ਮਾਰ ਕੇ ਅਗਾਹਾਂ ਚਲਿਆ ਗਿਆ। ਜਦ ਘਰ ਦੇ ਵਿੱਚ ਚਲਿਆ ਗਿਆ ਤੇ ਮਾਂ ਇਸ਼ਨਾਨ ਕਰਦੀ ਸੀ। ਮਾਂ ਇਸ਼ਨਾਨ ਕਰਦੀ ਨੇ ਕਹਿੰਦੀ, ਸੂਰਜਾ ਤੈਨੂੰ ਚੰਦਰਮਾ ਨੇ ਰੋਕਿਆ ਨਹੀਂ? ਕਹਿੰਦੇ ਰੋਕਿਆ ਸੀ। ਪੁਰਾਣੇ ਜ਼ਮਾਨਿਆਂ ਦੇ ਵਿੱਚ ਗਜਬ ਦੀ ਗੱਲ ਸੀ ਕਿ ਕੋਈ ਝੂਠ ਵੀ ਨਹੀਂ ਮਾਰਦਾ ਸੀ। ਇਹ ਤੇ ਝੂਠ ਹੋਣੇ ਸ਼ੁਰੂ ਹੋਏ ਨੇ। ਹੁਣ ਤੇ ਕਹਿ ਸਕਦੇ ਹਾਂ ਕਿ 98% ਸਭ ਦੇ ਚੱਲਦਾ ਹੀ ਝੂਠ ਹੈ, ਸੱਚ ਤੇ ਚੱਲਦਾ ਹੀ ਨਹੀਂ ਹੈ ਕਿਤੇ। ਕਿਉਂਕਿ ਦੁਨੀਆ ਬਹੁਤੀ ਪੜ੍ਹੀ ਲਿਖੀ ਦੁਨੀਆ ਹੋ ਗਈ ਹੈ, ਬੜੇ ਸੂਝਵਾਨ ਹੋ ਗਏ, ਬੜੀਆਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਵੱਡੀਆਂ ਵੱਡੀਆਂ ਡਿਗਰੀਆਂ ਹਾਸਲ ਕਰ ਲਈਆਂ, ਉਹਨਾਂ ਝੂਠ ਵੱਧ ਗਿਆ। ਸੱਚ ਬੋਲਿਆ, ਰੋਕਿਆ ਸੀ ਪਰ ਮੈਂ ਰੋਕਿਆ ਨਹੀਂ ਆ। ਤੂੰ ਮਾਂ ਦੇ ਸਹਿਜ ਸੁਭਾਏ ਬਚਨ ਨਿਕਲ ਗਿਆ, ਐ ਸੂਰਜ ਇਸ ਧਰਤੀ ਤੇ ਖੁਦ ਪਰਮਾਤਮਾ ਆਪਣਾ ਅਵਤਾਰ ਧਾਰ ਕੇ ਆਉਂਦੇ ਰਹਿਣਗੇ, ਪਰ ਜਿਹੜੀ ਅੱਗ ਦਾ ਤਪਾਇਆ ਤੂੰ ਅੱਜ ਮਾਂ ਦੇ ਬਦਨ ਤੇ ਨਜ਼ਰ ਮਾਰ ਗਿਆ ਨਾ, ਤੈਨੂੰ ਇਹ ਅੱਗ ਕਦੇ ਤੇਰੀ ਅੱਗ ਨੂੰ ਕੋਈ ਠੰਡਾ ਨਹੀਂ ਕਰ ਸਕੇਗਾ, ਸਦਾ ਵਾਸਤੇ ਤਪਦਾ ਹੀ ਰਵੇਗਾ, ਤਪਦਾ ਹੀ ਅੱਜ ਤੱਕ ਵੀ। ਰੌਸ਼ਨੀ ਚੰਦਰਮਾ ਤੇਰੀ ਵੀ ਹੋਊਗੀ, ਪਰ ਤੇਰੀ ਰੌਸ਼ਨੀ ਮਿਠਾਸ ਭਰੀ ਰੌਸ਼ਨੀ ਹੋਊਗੀ। तमाम दुनिया ਦੇ राजे महाराजे अवतारी पुरख तेरी रोशनी दे थले अपनी यात्रा तय करया करनगे। अज दुनिया करदी है, राजे महाराजे करते ने, रात नूं सफ़र तय करते ने, कहंदे अज ते चंद्रमा चढ़िया होया। इक्को मां दे दो पुत, मिथ्यास। ये चंद्रमा नूं वर मिलिया कि तेरी रोशनी इन्नी मिठास भरी होगी, बहुत मिठास भरी। तो चंद्रमा की मिठास भरी रोशनी इस मणि ते पैंदी है। जिमें जिमें रोशनी पैंदी है तो मणि दे उपर एक अमृत दी बूंद तैयार हो जाती है। ते ਉਹ अजगर नाग की करता है, वो बूंद नूं मणि दे उत्तों चुक लैंदा है, मणि दे उत्तों बूंद नूं चुक लैंदा है ते उस अमृत दी बूंद दे नाल अपनी सारी दी सारी जहर खत्म कर लैंदा है। ये गल गुरबाणी ने सिद्ध कीती है। सोमवार सस अमृत चरै, चाखत वेद बेग सगल बिख हरै। चाखत वे कहते ने चट लैंदा मणि तो। सोमवार सस अमृत चरै, अमृत चरदा सोमवार दे दिन ये नाग उस मणि नूं उपरों अमृत दे बूंद चुक के उन्हों चटदा रहिंदा है। अंदर दी जिहड़ी इहदी जहर हुंदी है वो बिल्कुल खत्म हो जाती है। मनुख भी बहुते ऐसे हैं जिहड़े मणि की सांभ संभाल करते हैं। इस देही की पवित्र देही परमात्मा ने बख्शी है, जीवन मणि रूप बख्शिया है। ते जद भी परमात्मा दे राम नाम दी परमेश्वर दी आवाज़ आउंदी है
ਤੇ ਇਸ ਮਣੀ ਨੂੰ ਸਾਹਮਣੇ ਰੱਖ ਲੈਂਦੇ ਨੇ, ਬੈਠੇ ਰਹਿੰਦੇ ਨੇ ਬਿਲਕੁਲ। ਇੱਕ ਨਾ ਇੱਕ ਦਿਨ ਮਿਠਾਸ ਭਰੇ ਸ਼ਬਦ ਗੁਰਬਾਣੀ ਦੇ ਸੁਣਦੇ ਰਹਿੰਦੇ ਨੇ, ਸੁਣਦੇ ਰਹਿੰਦੇ ਨੇ, ਕਥਾ ਕੀਰਤਨ ਸੁਣਦੇ ਰਹਿੰਦੇ ਨੇ। ਜਿੱਦੇ ਅੰਮ੍ਰਿਤ ਦੀ ਬੂੰਦ ਬਣ ਜਾਂਦੀ ਹੈ, ਉਹਦੇ ਅੰਮ੍ਰਿਤ ਦੀ ਬੂੰਦ ਨੂੰ ਚੱਖ ਲੈਂਦੇ ਨੇ। ਇਸ ਜੀਵਨ ਦੇ ਵਿੱਚੋਂ ਪਰਮ ਜੀਵਨ ਦੀ ਬੰਦੇ ਪ੍ਰਾਪਤੀ ਕਰ ਲੈਂਦੇ ਨੇ। ਹੁਣ ਸੱਪ ਸੀ, ਤਿੰਨਾਂ ਦੇ ਕੋਲ ਮਣੀ ਸੀ, ਪਰ ਉਸ ਸਹੀ ਮਣੀ ਦੀ ਵਰਤੋਂ ਇੱਕ ਸੱਪ ਨੇ ਕੀਤੀ ਹੈ। ਇੱਕ ਨੇ ਤੇ ਮਿੱਟੀ 'ਚ ਹੀ ਗਵਾਤੀ। ਇੱਕ ਨੇ ਸਿਰਫ ਆਪਣੇ ਖਾਣੇ ਪੀਣੇ ਵਾਸਤੇ ਮਣੀ ਨੂੰ ਵਰਤਦਾ ਰਿਹਾ, ਤੇ ਇੱਕ ਨੇ ਉਹੀ ਮਣੀ ਦੇ ਵਿੱਚੋਂ ਅੰਮ੍ਰਿਤ ਦੀ ਬੂੰਦ ਲੈ ਕੇ ਆਪਣੀ ਸਾਰੀ ਦੀ ਸਾਰੀ ਜ਼ਹਿਰ ਖਤਮ ਕਰ ਲਈ। ਉਸ ਸੱਪ ਦੀ ਜਿਹੜੀ ਤੜਫਣਾ ਸੀ ਉਹ ਖਤਮ ਹੋ ਗਈ, ਵਰਨਾ ਜ਼ਹਿਰ ਤੜਫਾਉਂਦੀ ਹੈ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਤੈਨੂੰ ਇਹ ਮਣੀ ਰੂਪ ਦਿੱਤਾ ਹੋਇਆ ਹੈ ਇਹ ਜਨਮ, ਤੇ ਇਸ ਜਨਮ ਦੀ ਤੂੰ ਸਹੀ ਢੰਗ ਦੇ ਨਾਲ ਵਰਤੋਂ ਕਰ। ਬੰਦਿਆਂ ਨੂੰ ਸਾਰਿਆਂ ਨਾਲ ਜਨਮ ਵੀ ਇੱਕੋ ਦਾ ਇੱਕੋ ਜਿਹਾ, ਤੇ ਸਭ ਦਾ ਮਰਨ ਵੀ ਇੱਕੋ ਜਿਹਾ। ਸਭ ਨੂੰ ਪਰਮੇਸ਼ਰ ਨੇ ਮਣੀ ਇੱਕੋ ਜਿਹੀ ਦਿੱਤੀ ਹੋਈ ਹੈ, ਕਿਸੇ ਦੇ ਨਾਲ ਵੱਧ ਘੱਟ ਨਹੀਂ ਕੀਤੀ ਪਰਮੇਸ਼ਰ ਨੇ। ਤੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਹਨ, ਉਹ ਹੁਣ ਗੱਲ ਤੇਰੇ ਤੇ ਖੜੀ ਹੈ ਕਿ ਤੂੰ ਇਸ ਮਣੀ ਦੀ ਵਰਤੋਂ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ। ਇਹਨੂੰ ਗਵਾ ਕੇ ਆਉਣਾ ਹੈ, ਜਾਂ ਇਹਨੂੰ ਖਾਣ ਪੀਣ ਵਾਸਤੇ ਵਰਤਦਾ ਹੈ, ਜਾਂ ਇਹਦੇ ਨਾਲ ਤੂੰ ਇਸ ਜਿਹੜਾ ਤੇਰਾ ਜੀਵਨ ਹੈ ਇਹਨੂੰ ਸਫਲਾ ਬਣਾਉਣਾ ਹੈ। ਕਿਉਂਕਿ 33 ਕਰੋੜ ਦੇਵੀ ਦੇਵਤੇ ਦੇਹੀ ਨੂੰ ਤਰਸਦੇ ਹਨ, ਪਸ਼ੂਆਂ ਦੇ ਕੋਲੇ ਦੇਹੀ ਹੈ ਨਹੀਂ। ਜੋ ਕੁਛ ਹੈ ਉਹ ਕੇਵਲ ਤੇ ਕੇਵਲ ਇਕੱਲੇ ਮਨੁੱਖ ਨੂੰ ਮਿਲਿਆ ਹੋਇਆ ਹੈ। ਤੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ, ਇਹ ਜਨਮ ਸਫਲਾ ਕਰਨ ਦਾ ਤੇਰੇ ਕੋਲੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹੋ ਹੀ ਮੌਕਾ ਹੈ ਜਿੰਨਾ ਟਾਈਮ ਤੇਰੇ ਕੋਲ ਮਨੁੱਖਾ ਦੇਹੀ ਹੈ। ਨਾਮ ਜਪਿਆ ਕਰ, ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਿਆ ਕਰ, ਸੇਵਾ ਸਿਮਰਨ ਬੰਦਗੀ ਕਰਿਆ ਕਰ, ਤਾਂ ਕਿ ਇਸ ਪਰਮੇਸ਼ਰ ਦੀ ਦਿੱਤੀ ਹੋਈ ਮਣੀ ਦੀ ਤੂੰ ਅਸਲੀ ਵਰਤੋਂ ਕਰ ਸਕੇ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਸਮਾਪਤੀ ਦਾ ਸਮਾਂ। ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਸੰਗਤਾਂ ਦਾ ਬਹੁਤ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।